ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਅਸੀਂ ਜਾਣਾਂਗੇ ਅਕਾਲੀ ਨਿਹੰਗ ਬਾਬਾ ਫੂਲਾ ਸਿੰਘ ਜੀ ਦੀ ਜੀਵਨੀ ਬਾਰੇ। ਸੰਗਤ ਜੀ, ਅਕਾਲੀ ਬਾਬਾ ਫੂਲਾ ਸਿੰਘ ਜੀ ਅਕਾਲ ਤਖਤ ਅਤੇ ਬੁੱਢਾ ਦਲ ਦੇ ਜਥੇਦਾਰ ਸਨ। ਬਾਬਾ ਜੀ ਦਾ ਜਨਮ ਸਨ 1761 ਈਸਵੀ ਵਿੱਚ ਪਿਤਾ ਬਾਬਾ ਈਸ਼ਰ ਸਿੰਘ ਨਿਹੰਗ ਸਿੰਘ ਜੀ ਦੇ ਘਰ ਹੋਇਆ ਸੀ। ਬਾਬਾ ਜੀ ਦਾ ਨਗਰ ਬਾਂਗਰ ਦੇ ਇਲਾਕੇ ਦਹਿਲਾ ਨਗਲ ਸੀ। ਬਾਬਾ ਫੂਲਾ ਸਿੰਘ ਜੀ ਦਾ ਨਾਮ ਪੂਰੀ ਗੁਰਮਰਿਆਦਾ ਅਨੁਸਾਰ ਰੱਖਿਆ ਗਿਆ। ਨਾਮ ਰੱਖਣ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੁੱਖ ਵਾਕ ਇਹ ਆਇਆ ਸੀ, ਫਿਰਤ ਫਿਰਤ ਭੇਟੇ ਜਨ ਸਾਧੂ। ਫਿਰ ਫੱਫੇ ਤੋਂ ਨਾਮ ਫੂਲਾ ਸਿੰਘ ਰੱਖਿਆ ਗਿਆ ਸੀ। ਬਾਬਾ ਫੂਲਾ ਸਿੰਘ ਜੀ ਦੇ ਪਿਤਾ ਜੀ ਦੇ 3 ਭਾਈ ਸਨ। ਉਹਨਾਂ ਦੇ ਨਾਮ ਸਨ ਬਾਬਾ ਈਸ਼ਰ ਸਿੰਘ ਜੀ, ਬਾਬਾ ਨੈਣਾ ਸਿੰਘ ਜੀ ਅਕਾਲੀ ਅਤੇ ਬਾਬਾ ਤਪਾ ਸਿੰਘ ਜੀ ਅਕਾਲੀ। ਇਹਨਾਂ ਤਿੰਨਾਂ ਨੇ ਹੀ ਦਮਦਮਾ ਸਾਹਿਬ ਰਹਿ ਕੇ ਬਾਬਾ ਦੀਪ ਸਿੰਘ ਜੀ ਕੋਲੋਂ ਬਾਣੀ ਪੜ੍ਹੀ ਅਤੇ ਸ਼ਸਤਰ ਵਿੱਦਿਆ ਸਿੱਖੀ। ਸਾਰੇ ਹੀ ਜੰਗਜੂ ਕਰਤੱਵ ਬਾਬਾ ਦੀਪ ਸਿੰਘ ਜੀ ਨੇ ਆਪ ਇਹਨਾਂ ਤਿੰਨਾਂ ਨੂੰ ਸਿਖਾਏ। ਇਹ ਤਿੰਨੋਂ ਭਰਾਵਾਂ ਵਿੱਚ ਬਹੁਤ ਪਿਆਰ ਸੀ ਅਤੇ ਤਿੰਨੇ ਹੀ ਜੰਗਜੂ ਸਿੰਘ ਸਨ ਅਤੇ ਤਿੰਨੇ ਹੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗ੍ਰੰਥ ਅਤੇ ਸਰਬਲੋਕ ਗ੍ਰੰਥ ਦੇ ਪਾਠੀ ਸਨ। ਜਦੋਂ ਬਾਬਾ ਫੂਲਾ ਸਿੰਘ ਜੀ ਦੀ ਉਮਰ 1 ਸਾਲ ਦੀ ਹੋਈ ਤਾਂ ਇਹਨਾਂ ਦੇ ਪਿਤਾ ਜੀ ਵੱਡੇ ਘੱਲੂਘਾਰੇ ਵਿੱਚ ਸ਼ਹੀਦ ਹੋ ਗਏ ਸਨ ਅਤੇ ਅੰਤਲੇ ਸਵਾਸਾਂ ਵਿੱਚ ਆਪਣੇ ਭਰਾਵਾਂ ਤਪਾ ਸਿੰਘ ਅਤੇ ਨੈਣਾ ਸਿੰਘ ਨੂੰ ਕਹਿਣ ਲੱਗੇ ਕਿ ਤੁਸੀਂ ਮੇਰੇ ਪੁੱਤਰ ਫੂਲਾ ਸਿੰਘ ਨੂੰ ਬਾਣੀ ਪੜਾਉਣੀ ਹੈ, ਸ਼ਸਤਰ ਵਿੱਦਿਆ ਸਿਖਾਉਣੀ ਅਤੇ ਪੰਥ ਦਾ ਵਾਲੀ ਬਣਾਉਣਾ ਹੈ। ਫਿਰ ਦੋਵਾਂ ਭਰਾਵਾਂ ਨੇ ਬਾਬਾ ਫੂਲਾ ਸਿੰਘ ਜੀ ਨੂੰ ਬਹੁਤ ਹੀ ਰੀਝ ਨਾਲ ਪਾਲਿਆ ਅਤੇ ਸ਼ਸਤਰ ਵਿੱਦਿਆ ਅਤੇ ਘੋੜਸਵਾਰੀ ਹਰ ਤਰ੍ਹਾਂ ਦੀ ਸਿਖਲਾਈ ਦਿੱਤੀ। ਉਸ ਸਮੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਪੰਥ ਦੇ ਜਥੇਦਾਰ ਹੋਇਆ ਕਰਦੇ ਸਨ, ਜੋ ਕਿ ਅਕਾਲ ਤਖਤ ਸਾਹਿਬ ਦੇ ਬੁੱਢਾ ਦਲ ਦੇ ਜਥੇਦਾਰ ਸਨ। ਉਦੋਂ ਬਾਬਾ ਜੱਸਾ ਸਿੰਘ ਜੀ ਦੀਵਾਲੀ ਤੇ ਅੰਮ੍ਰਿਤਸਰ ਆਏ ਹੋਏ ਸਨ ਤਾਂ ਦੀਵਾਲੀ ਤੋਂ 5 ਦਿਨ ਪਹਿਲਾਂ ਉਹ ਅਕਾਲ ਚਲਾਣਾ ਕਰ ਗਏ। ਤਾਂ ਉਸ ਸਮੇਂ ਇਹ ਗੱਲਬਾਤ ਚੱਲੀ ਕਿ ਪੰਥ ਦਾ ਜਥੇਦਾਰ ਹੁਣ ਕੌਣ ਹੋਵੇ। ਤਾਂ ਸਾਰੇ ਪੰਥ ਦੀ ਨਿਗਾਹ ਉਸ ਸਮੇਂ ਬਾਬਾ ਨੈਣਾ ਸਿੰਘ ਜੀ ਤੇ ਪਈ, ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦੀ ਸੰਗਤ ਕੀਤੀ ਹੋਈ ਸੀ, ਜੋ ਕਿ ਜਪੀ ਤਪੀ ਅਤੇ ਸ਼ਸਤਰਧਾਰੀ ਯੋਧੇ ਸਨ। ਬਾਬਾ ਜੀ ਹਰ ਗੱਲੋਂ ਪਰਪੱਕ ਸਨ। 1783 ਈਸਵੀ ਨੂੰ ਅਕਾਲੀ ਨੈਣਾ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪ ਦਿੱਤਾ ਗਿਆ ਅਤੇ ਬੁੱਢੇ ਦਲ ਦੇ ਵੀ। ਹੌਲੀ ਹੌਲੀ ਸਮਾਂ ਚੱਲਦਾ ਗਿਆ ਅਤੇ ਪੰਜਾਬ ਵਿੱਚ ਖਾਲਸਾ ਰਾਜ ਆ ਗਿਆ, ਪਰ ਖਾਲਸਾ ਪੰਥ ਵਿੱਚ ਆਪਸ ਵਿੱਚ ਫੁੱਟ ਪੈ ਗਈ। ਉਸ ਸਮੇਂ ਸਿੰਘਾਂ ਦੀਆਂ 12 ਮਿਸਲਾਂ ਸਨ, 6 ਬੁੱਢੇ ਦਲ ਦੀਆਂ ਮਿਸਲਾਂ ਸਨ, 5 ਤਰਨਾ ਦਲ ਦੀਆਂ ਅਤੇ 1 ਮਿਸਲ ਮਾਲਵੇ ਦੀ ਸੀ, ਜਿਸ ਵਿੱਚ ਮਹਾਰਾਜਾ ਪਟਿਆਲਾ, ਨਾਭਾ ਅਤੇ ਜੀਤ ਦੇ ਰਾਜਿਆਂ ਦੀ ਸੀ। ਬਾਅਦ ਵਿੱਚ ਇਹ 12 ਮਿਸਲਾਂ ਆਪਸ ਵਿੱਚ ਹੀ ਲੜਨ ਲੱਗ ਪਈਆਂ। ਇੱਕ ਮਿਸਲ ਨੇ ਇਲਾਕਾ ਮੱਲ ਲੈਣਾ ਅਤੇ ਦੂਸਰੀਆਂ ਮਿਸਲਾਂ ਨੇ ਇਹ ਸੋਚਣਾ ਕਿ ਅਸੀਂ ਇਹ ਇਲਾਕਾ ਹੁਣ ਜਿੱਤਣਾ ਹੈ। ਇਸ ਤਰ੍ਹਾਂ ਸਿੰਘ ਆਪਸ ਵਿੱਚ ਹੀ ਜੰਗਾਂ ਕਰਨ ਲੱਗ ਪਏ। ਉਸ ਸਮੇਂ ਅੰਮ੍ਰਿਤਸਰ ਵਿੱਚ ਭੰਗੀ ਮਿਸਲ ਭੰਗੀਆਂ ਦਾ ਕਬਜ਼ਾ ਸੀ। ਇਹ ਮਿਸਲ ਸਭ ਤੋਂ ਵੱਡੀ ਸੀ। ਇਸ ਮਿਸਲ ਦਾ ਲਾਹੌਰ ਅਤੇ ਗੁਜਰਾਤ ਵਿੱਚ ਕਬਜ਼ਾ ਸੀ ਤੇ ਅੰਮ੍ਰਿਤਸਰ ਵਿੱਚ ਮਾਈ ਦੇਸਾ ਰਾਣੀ ਸੀ। ਉਸ ਦੇ ਅਫਸਰ ਹੈ ਤਾਂ ਸਿੱਖੀ ਸਰੂਪ ਵਿੱਚ ਸੀ, ਪਰ ਸ਼ਹਿਰ ਦੇ ਲੋਕਾਂ ਨੂੰ ਹੀ ਲੁੱਟਣ ਲੱਗ ਪਏ। ਜਦੋਂ ਇਹ ਸਾਰੀਆਂ ਗੱਲਾਂ ਅਕਾਲੀ ਨੈਣਾ ਸਿੰਘ ਜੀ ਨੂੰ ਪਤਾ ਚੱਲਦੀਆਂ ਸਨ ਤਾਂ ਉਹਨਾਂ ਨੂੰ ਬਹੁਤ ਦੁੱਖ ਹੁੰਦਾ ਸੀ। ਉਹ ਸੋਚਦੇ ਸਨ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਰਹਿਣ ਵਾਲਾ ਕੋਈ ਵੀ ਆਦਮੀ, ਕੋਈ ਵੀ ਵਿਅਕਤੀ ਦੁਖੀ ਨਹੀਂ ਹੋਣਾ ਚਾਹੀਦਾ। ਤਾਂ ਅਚਾਨਕ ਉਹਨਾਂ ਨੂੰ ਖਬਰ ਆਈ ਕਿ ਚੜਤ ਸਿੰਘ ਜੀ ਦਾ ਪੋਤਰਾ ਰਣਜੀਤ ਸਿੰਘ, ਜੋ ਕਿ ਉਦੋਂ 19 ਸਾਲ ਦੇ ਸੀ, ਲਾਹੌਰ ਸ਼ਹਿਰ ਤੇ ਕਬਜ਼ਾ ਕਰ ਗਿਆ ਹੈ। ਤਾਂ ਅੰਮ੍ਰਿਤਸਰ ਦੇ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਾ ਕੇ ਬੇਨਤੀ ਕੀਤੀ ਕਿ ਤੁਸੀਂ ਅੰਮ੍ਰਿਤਸਰ ਦਾ ਪ੍ਰਬੰਧ ਆਪਣੇ ਕਬਜ਼ੇ ਵਿੱਚ ਲੈ ਲਵੋ। ਤਾਂ ਮਹਾਰਾਜਾ ਰਣਜੀਤ ਸਿੰਘ ਆਪਣੀਆਂ ਫੌਜਾਂ ਲੈ ਕੇ ਅੰਮ੍ਰਿਤਸਰ ਆ ਗਿਆ। ਤਾਂ ਉਧਰ ਮਾਈ ਦੇਸਾ, ਜੋ ਕਿ ਬਹੁਤ ਅੜੀਅਲ ਸੁਭਾਅ ਦੀ ਸੀ, ਉਸਨੇ ਭੰਗੀਆਂ ਨੂੰ ਕਿਹਾ ਕਿ ਤੁਸੀਂ ਤੋਪਾਂ ਤਿਆਰ ਕਰੋ, ਅਸੀਂ ਰਣਜੀਤ ਸਿੰਘ ਦਾ ਮੁਕਾਬਲਾ ਬਹੁਤ ਡਟ ਕੇ ਕਰਾਂਗੇ। ਤਾਂ ਇੱਧਰ ਅੰਮ੍ਰਿਤਸਰੀਆਂ ਦੀ ਭੰਗੀ ਮਿਸਲ ਅਤੇ ਉਧਰ ਸ਼ੁਕਰ ਚੱਕੀਆਂ ਦੀ ਮਿਸਲ, ਭਾਵ ਕਿ ਅੰਮ੍ਰਿਤਸਰ ਵਿੱਚ ਭਰਾ ਮਾਰੂ ਜੰਗ, ਜਿਸ ਵਿੱਚ ਸਿੱਖ ਨੇ ਹੀ ਸਿੱਖ ਨੂੰ ਮਾਰਨਾ ਸੀ। ਇਹੋ ਜਿਹੀ ਜੰਗ ਦਾ ਮਾਹੌਲ ਬਣ ਗਿਆ। ਇੱਕ ਦੂਜੇ ਦੇ ਸਾਹਮਣੇ ਸਿੱਖ ਆਪਣੀਆਂ ਤੋਪਾਂ ਅਤੇ ਹੋਰ ਹਥਿਆਰ ਲੈ ਕੇ ਡਟ ਗਏ। ਤਾਂ ਇੱਧਰ ਬਾਬਾ ਨੈਣਾ ਸਿੰਘ ਜੀ ਨੂੰ ਪਤਾ ਲੱਗਿਆ ਕਿ ਅੰਮ੍ਰਿਤਸਰ ਵਿੱਚ ਸਿੱਖ ਨੂੰ ਮਾਰੇਗਾ, ਖੂਨ ਦਾ ਹੋਲਾ ਖੇਡਿਆ ਜਾਵੇਗਾ। ਤਾਂ ਉਹਨਾਂ ਬਾਬਾ ਫੂਲਾ ਸਿੰਘ ਜੀ ਨੂੰ ਭੇਜਿਆ ਕਿ ਜਾਓ ਫੂਲਾ ਸਿੰਘ ਜੀ, ਜਾ ਕੇ ਸਿੰਘਾਂ ਨੂੰ ਸਮਝਾਓ ਕਿ ਆਪਸ ਵਿੱਚ ਨਹੀਂ ਲੜੀਦਾ ਹੁੰਦਾ। ਤਾਂ ਬਾਬਾ ਅਕਾਲੀ ਫੂਲਾ ਸਿੰਘ ਜੀ ਨਿਹੰਗ ਆਪਣੀਆਂ ਫੌਜਾਂ ਲੈ ਕੇ ਘੋੜੇ ਤੇ ਚੜ੍ਹ ਕੇ ਉਸ ਜਗ੍ਹਾ ਗਏ। ਤਾਂ ਆਪਣੀ ਨੰਗੀ ਤਲਵਾਰ ਲੈ ਕੇ ਦੋਹਾਂ ਮਿਸਲਾਂ ਵਿਚਕਾਰ ਖੜੇ ਹੋ ਗਏ। ਬਾਬਾ ਫੂਲਾ ਸਿੰਘ ਜੀ ਨੇ ਦੋਵਾਂ ਪਾਸੇ ਹੋ ਸਿੰਘਾਂ ਨੂੰ ਲਾਹਨਤਾਂ ਪਾਈਆਂ ਅਤੇ ਰਾਜੇ ਰਣਜੀਤ ਸਿੰਘ ਜੀ ਅਤੇ ਮਾਤਾ ਦੇਸਾ ਦੀ ਵੀ ਖਿਚਾਈ ਕਰ ਦਿੱਤੀ। ਉੱਥੇ ਬਾਬਾ ਫੂਲਾ ਸਿੰਘ ਜੀ ਨੇ ਦੋਵਾਂ ਨੂੰ ਕਿਹਾ ਕਿ ਤੁਸੀਂ ਸਿੱਖ ਹੋ ਜਾਂ ਕਾਫਰ ਹੋ ਜਾਂ ਦੁਸ਼ਟ ਹੋ, ਜੋ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਹੀ ਆਪਣੇ ਭਰਾਵਾਂ ਨੂੰ ਇੱਕ ਦੂਜੇ ਨੂੰ ਮਾਰਨ ਤੇ ਤੁਲੇ ਹੋਏ ਹੋ।
ਤਾਂ ਉਸ ਸਮੇਂ ਸਾਰਿਆਂ ਨੇ ਕਿਹਾ ਕਿ ਬਾਬਾ ਜੀ ਜੋ ਤੁਸੀਂ ਫੈਸਲਾ ਕਰ ਦਿਓਗੇ ਸਾਨੂੰ ਸਿਰ ਮੱਥੇ ਪ੍ਰਵਾਨ ਹੋਵੇਗਾ। ਤਾਂ ਮਹਾਰਾਜਾ ਰਣਜੀਤ ਸਿੰਘ ਦੀ ਨਿਮਰਤਾ ਵੇਖ ਕੇ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਅੰਮ੍ਰਿਤਸਰ ਦਾ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸੌਂਪ ਦਿੱਤਾ। ਬਾਬਾ ਫੂਲਾ ਸਿੰਘ ਜੀ ਹੀ ਪੰਥ ਦੇ ਉਹ ਸੂਝਵਾਨ ਸਿੱਖ ਸਨ ਜਿਨ੍ਹਾਂ ਨੇ ਸਾਰੀ ਸਿੱਖ ਕੌਮ ਨੂੰ ਇੱਕ ਝੰਡੇ ਥੱਲੇ ਇਕੱਠਾ ਕੀਤਾ ਸੀ, ਕਿਉਂਕਿ ਬਾਬਾ ਨੈਣਾ ਸਿੰਘ ਜੀ ਨੇ ਮਹਿਸੂਸ ਕਰ ਲਿਆ ਸੀ ਕਿ 20-25 ਸਾਲਾਂ ਤੋਂ ਸਿੱਖ ਆਪਸ ਵਿੱਚ ਹੀ ਲੜੀ ਜਾ ਰਹੇ ਹਨ, ਜੋ ਕਿ ਸਿੱਖ ਕੌਮ ਅਤੇ ਪੂਰੀ ਦੁਨੀਆ ਲਈ ਬਹੁਤ ਵੱਡਾ ਖਤਰਾ ਪੈਦਾ ਕਰੇਗਾ। ਇਹ ਕਾਰਜ ਬਾਬਾ ਫੂਲਾ ਸਿੰਘ ਜੀ ਨੇ ਨੇਪਰੇ ਚਾੜਿਆ ਕਿ ਜੇਕਰ ਪੰਥ ਆਪਸ ਵਿੱਚ ਹੀ ਇਸ ਤਰ੍ਹਾਂ ਲੜੀ ਜਾਏਗਾ ਤਾਂ ਜ਼ਿਆਦਾ ਸਮੇਂ ਤੱਕ ਨਾ ਤਾਂ ਇਹਨਾਂ ਦਾ ਰਾਜ ਭਾਗ ਬਚੇਗਾ, ਨਾ ਹੀ ਇਹ ਸਲਾਮਤ ਰਹਿ ਸਕਣਗੇ ਅਤੇ ਨਾ ਹੀ ਆਜ਼ਾਦ ਰਹਿ ਸਕਣਗੇ। ਇਸੇ ਕਰਕੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਥਾਪੜਾ ਦੇ ਕੇ ਖਾਲਸਾ ਪੰਥ ਦਾ ਰਾਜਾ ਬਣਾਇਆ। ਸੰਗਤ ਜੀ, ਉੱਦਾਂ ਦਾ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਬੜੀ ਦਲੇਰੀ ਨਾਲ ਕਈ ਜੰਗਾਂ ਲੜੀਆਂ, ਪਰ ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਹੀ ਵੱਡੀ ਜੰਗ ਜਿਸ ਵਿੱਚ 1400 ਨਿਹੰਗ ਸਿੰਘਾਂ ਨੇ ਤਕਰੀਬਨ 2.5 ਲੱਖ ਪਠਾਨਾਂ ਦੇ ਦੰਦ ਖੱਟੇ ਕੀਤੇ ਅਤੇ ਭਜਾਇਆ। ਸੰਗਤ ਜੀ, ਇਹ ਜੰਗ ਸੁਹਾਗ ਤੀਰ ਦੀਆਂ ਪਹਾੜੀਆਂ ਵਿੱਚ ਹੋਈ ਸੀ। ਅੱਜ ਵੀ ਤਾਲਿਬਾਨ ਬਗਾਵਤ ਉੱਥੇ ਹੀ ਕਰਦੇ ਹਨ। ਇਤਿਹਾਸਕਾਰਾਂ ਅਨੁਸਾਰ ਭਾਵੇਂ 2000 ਸਾਲ ਪਿੱਛੇ ਚਲੇ ਜਾਈਏ ਤਾਂ ਵੀ ਇਹ ਪਠਾਨ ਇਹ ਤਾਲਿਬਾਨੀ ਜੰਗਾਂ ਯੁੱਧਾਂ ਵਿੱਚ ਹੀ ਰਹਿੰਦੇ ਸਨ, ਕਿਉਂਕਿ ਇਹ ਲੋਕ ਸ਼ੁਰੂ ਤੋਂ ਹੀ ਬੜੇ ਅਣਖੀਲੇ ਸੁਭਾਅ ਦੇ ਅਤੇ ਯੋਧੇ ਸਨ। ਕਹਿੰਦੇ ਹਨ ਕਿ ਇਹ ਲੋਕਾਂ ਦਾ ਸੁਭਾਅ ਇਹ ਹੈ ਕਿ ਜੇਕਰ ਲੜਾਈ ਲਈ ਇਹਨਾਂ ਨੂੰ ਬਾਹਰਲੇ ਲੋਕ ਨਾ ਮਿਲਣ ਤਾਂ ਇਹ ਆਪਸ ਵਿੱਚ ਹੀ ਲੜਨ ਲੱਗ ਪੈਂਦੇ ਹਨ ਤੇ ਆਪਣੇ ਦਾਦੇ ਪੜਦਾਦੇ ਦਾ ਅਗਾਂਹ ਪੋਤੇ ਪੜਪੋਤੇ ਪਤਲਾ ਲੈਂਦੇ ਹੀ ਰਹਿੰਦੇ ਹਨ। ਭਾਵ ਕਿ ਇਹ ਲੋਕ ਖੇਡਦੇ ਹੀ ਬੰਦੂਕਾਂ ਦੇ ਨਾਲ ਹਨ। ਅੱਜ ਵੀ ਇਹਨਾਂ ਦੇ ਘਰ ਆਟਾ ਹੋਵੇ ਜਾਂ ਨਾ ਹੋਵੇ, ਪਰ ਮੋਢੇ ਤੇ ਬੰਦੂਕ ਤਗੜੀ ਤੋਂ ਤਗੜੀ ਹੋਵੇਗੀ। ਇਸੇ ਕਰਕੇ ਹੀ ਅਮਰੀਕਾ ਵਰਗੇ ਦੇਸ਼ ਵੀ ਇਹਨਾਂ ਨੂੰ ਕਾਬੂ ਨਹੀਂ ਕਰ ਪਾ ਰਹੇ। ਪਰ ਸੰਗਤ ਜੀ, ਸਾਨੂੰ ਸਿੱਖ ਹੋਣ ਤੇ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਵੱਡੇ ਵਡੇਰਿਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਸੋਧਿਆ ਹੈ ਅਤੇ ਇਹਨਾਂ ਜੰਗੀ ਲੋਕਾਂ ਤੇ ਸਾਡੇ ਵੱਡੇ ਵਡੇਰਿਆਂ ਨੇ ਰਾਜ ਕੀਤਾ ਹੋਇਆ ਹੈ। ਸਿੰਘਾਂ ਨਾਲ ਇਹਨਾਂ ਦੀ ਲੜਾਈ ਦਾ ਕਾਰਨ ਇਹ ਬਣਿਆ ਕਿ ਇਹਨਾਂ ਪਠਾਨਾਂ ਨੂੰ ਜਹਾਦ ਦੇ ਨਾਮ ਉੱਤੇ ਭੜਕਾ ਦਿੱਤਾ ਗਿਆ ਕਿ ਇਹ ਕਾਫਰ ਸਿੱਖ ਲੋਕ ਸਾਡੇ ਉੱਤੇ ਰਾਜ ਕਰੀ ਬੈਠੇ ਹਨ ਤੇ ਇਹਨਾਂ ਨੂੰ ਮਾਰ ਕੇ ਇਹਨਾਂ ਤੋਂ ਆਜ਼ਾਦ ਹੋਈਏ ਅਤੇ ਇਹਨਾਂ ਨੂੰ ਆਪਣੇ ਗੁਲਾਮ ਬਣਾਈਏ। ਉਸ ਸਮੇਂ ਦੀ ਇਤਿਹਾਸਕ ਕਿਤਾਬ ਵੀਰ ਮਰਗੇਸ਼ ਗ੍ਰੰਥ ਵਿੱਚ ਇਹ ਲਿਖਿਆ ਗਿਆ ਹੈ ਕਿ ਜਹਾਦ ਦੇ ਨਾਂ ਥੱਲੇ 2.5 ਲੱਖ ਪਠਾਨ ਇਕੱਠਾ ਹੋਇਆ। ਇਹਨਾਂ ਦਾ ਫੈਸਲਾ ਸੀ ਕਿ ਪਹਿਲਾਂ ਮੁਲਤਾਨ ਮਾਰਾਂਗੇ, ਫਿਰ ਪਿਸ਼ੌਰ ਮਾਰਾਂਗੇ ਅਤੇ ਫਿਰ ਲਾਹੌਰ ਮਾਰਾਂਗੇ ਅਤੇ ਫਿਰ ਦਿੱਲੀ ਦੇ ਉੱਪਰ ਅਸੀਂ ਕਾਬਜ ਹੋਵਾਂਗੇ। ਇੱਧਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਸ ਬਗਾਵਤ ਨੂੰ ਦਬਾਉਣ ਵਾਸਤੇ ਖਾਲਸੇ ਦਾ ਦਲ ਲੈ ਕੇ ਉਸ ਇਲਾਕੇ ਢੁੰਡਾ ਨਾਂ ਦਾ ਦਰਿਆ ਜੋ ਕਿ ਉੱਥੇ ਵਗਦਾ ਹੈ, ਉਸ ਦੇ ਪਰਲੇ ਪਾਸੇ ਪੀਰ ਪਿੰਡ ਹੈ ਅਤੇ ਉੱਪਰ ਪਹਾੜੀ ਚੋਟੀਆਂ ਹਨ। ਉਸ ਚੋਟੀਆਂ ਉੱਪਰ ਪਠਾਨ ਮੋਰਚੇ ਲਗਾਈ ਬੈਠੇ ਸਨ। ਮਹਾਰਾਜਾ ਰਣਜੀਤ ਸਿੰਘ ਨਾਲ ਖਾਲਸਾ ਫੌਜਾਂ ਵੀ ਉੱਥੇ ਪਹੁੰਚੀਆਂ ਅਤੇ 14 ਮਾਰਚ 1 ਚੇਤਰ ਤਰੀਕ ਨਿਯਤ ਹੋ ਗਈ ਕਿ ਅਸੀਂ ਇਸ ਦਿਨ ਪਠਾਨਾਂ ਦੇ ਨਾਲ ਲੜਾਈ ਲੜਨੀ ਹੈ। ਉਸ ਸਮੇਂ ਸਿੰਘਾਂ ਦੀ ਬੜੀ ਭਾਰੀ ਫੌਜ ਚੜ ਕੇ ਆਈ। ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 1400 ਨਿਹੰਗ ਸਿੰਘਾਂ ਦੀ ਫੌਜ ਅਕਾਲ ਰੈਜੀਮੈਂਟ ਬੁੱਢਾ ਦਲ ਨਾਲ ਲੈ ਕੇ ਉੱਥੇ ਪਹੁੰਚੇ। ਇਹ ਫੌਜ ਦਾ ਕੱਲਾ ਨਿਹੰਗ ਸਿੰਘ ਕਈਆਂ ਤੇ ਭਾਰਾ ਪੈ ਜਾਂਦਾ ਸੀ। ਜੰਗ ਦਾ ਅਰਦਾਸਾ ਅਕਾਲੀ ਬਾਬਾ ਫੂਲਾ ਸਿੰਘ ਜੀ ਹੀ ਕਰਿਆ ਕਰਦੇ ਸਨ। ਉਸ ਸਮੇਂ ਜੰਗ ਦਾ ਇਹ ਨਿਯਮ ਸੀ ਕਿ ਚੰਡੀ ਦੀ ਵਾਰ ਅਤੇ ਹੋਰ ਵੀਰ ਰਸੀ ਬਾਣੀਆਂ ਪੜੀਆਂ ਜਾਂਦੀਆਂ ਸਨ। ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਉਸ ਸਵੇਰੇ ਅਰਦਾਸਾ ਸੋਧਿਆ। ਬਾਬਾ ਅਕਾਲੀ ਫੂਲਾ ਸਿੰਘ ਜੀ ਅਰਦਾਸਾ ਸੋਧ ਕੇ ਤੰਬੂ ਚੋਂ ਬਾਹਰ ਨਿਕਲੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਖੜਗ ਸਿੰਘ ਹਾਜ਼ਰ ਹੋਇਆ ਤੇ ਕਿਹਾ ਕਿ ਸਰਕਾਰ ਦਾ ਹੁਕਮ ਹੈ ਬਾਬਾ ਜੀ, ਅੱਜ ਹੱਲਾ ਨਹੀਂ ਕਰਨਾ ਕਿਉਂਕਿ ਸਾਡੀਆਂ ਵੱਡੀਆਂ ਤੋਪਾਂ ਪਿੱਛੇ ਆ ਰਹੀਆਂ ਹਨ ਤੇ ਨਾਲ ਇਹ ਵੀ ਕਿਹਾ ਕਿ ਜਨਰਲ ਬੈਂਤੁਰਾ ਤੇ ਜਨਰਲ ਅਲਾਟ ਅਜੇ ਪਿੱਛੇ ਹਨ, ਉਹਨਾਂ ਨਾਲ ਵੀ ਸਿੱਖ ਫੌਜ ਇੱਥੇ ਪਹੁੰਚ ਰਹੀ ਹੈ। ਸੰਗਤ ਜੀ, ਇੱਥੇ ਦੱਸ ਦਈਏ ਕਿ ਜਨਰਲ ਬੈਂਤੁਰਾ ਫਰਾਂਸ ਦੇ ਸਨ ਅਤੇ ਜਨਰਲ ਅਲਾਟ ਅਮਰੀਕਾ ਦੇ ਸਨ ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਤਾਇਨਾਤ ਸਨ। ਖੜਗ ਸਿੰਘ ਜੀ ਨੇ ਕਿਹਾ ਕਿ ਬਾਬਾ ਜੀ, ਉਹਨਾਂ ਤੋਪਾਂ ਅਤੇ ਜਨਰਲਾਂ ਨੂੰ ਆਉਣ ਲੈਣ ਦਿਓ, ਫਿਰ ਅਸੀਂ ਹਮਲਾ ਕਰਾਂਗੇ। ਇਹ ਸਭ ਸੁਣ ਕੇ ਬਾਬਾ ਅਕਾਲੀ ਫੂਲਾ ਸਿੰਘ ਜੀ ਵੀਰ ਰਸ ਵਿੱਚ ਆ ਗਏ ਅਤੇ ਕਹਿਣ ਲੱਗੇ ਕਿ ਤੁਹਾਡੇ ਮਹਾਰਾਜਾ ਨੂੰ ਹੋਵੇਗਾ ਫੌਜ ਤੇ ਭਰੋਸਾ, ਪਰ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਤੇ ਭਰੋਸਾ ਹੈ। ਹੁਣ ਅਸੀਂ ਅਰਦਾਸਾ ਸੋਧ ਚੁੱਕੇ ਹਾਂ ਅਤੇ ਪਿੱਛੇ ਮੁੜਿਆ ਨਹੀਂ ਜਾ ਸਕਦਾ। ਅਤੇ ਬਾਬਾ ਜੀ ਨੇ ਕਿਹਾ ਕਿ
ਕਿ ਨਿਗਾਰਿਆਂ ਤੇ ਚੋਭਾਂ ਲਗਾ ਦਿਓ। ਜਿੰਨੀਆਂ ਵੀ ਨਿਹੰਗ ਸਿੰਘ ਫੌਜਾਂ ਸਨ, ਹਵਾ ਨਾਲ ਗੱਲਾਂ ਕਰਦੀਆਂ ਲੁੰਡਾ ਦਰਿਆ ਪਾਰ ਕਰ ਗਈਆਂ ਅਤੇ ਨਿਹੰਗ ਸਿੰਘਾਂ ਨੇ ਜਾਂਦਿਆਂ ਹੀ ਯੁੱਧ ਸ਼ੁਰੂ ਕਰ ਦਿੱਤਾ ਅਤੇ ਉਸ ਸਮੇਂ ਬੜਾ ਘਮਸਾਨ ਦਾ ਯੁੱਧ ਨਿਹੰਗ ਸਿੰਘ ਫੌਜਾਂ ਨੇ ਮਚਾ ਦਿੱਤਾ। ਇਤਿਹਾਸ ਅਨੁਸਾਰ ਪਠਾਨ ਉੱਚੀਆਂ ਪਹਾੜੀਆਂ ਤੇ ਬੈਠੇ ਹੋਏ ਸਨ ਅਤੇ ਉਹਨਾਂ ਕੋਲ ਲੰਮੀਆਂ ਨਾਲੀਆਂ ਵਾਲੀਆਂ ਵੱਡੀਆਂ ਬੰਦੂਕਾਂ ਸਨ, ਜਿਨ੍ਹਾਂ ਦੀ ਮਾਰ 3-3 ਮੀਲ ਤੱਕ ਸੀ। ਜਿਸ ਦੀ ਵੀ ਛਾਤੀ ਵਿੱਚ ਉਹ ਗੋਲੀ ਲੱਗਦੀ ਸੀ ਤਾਂ ਉਹ ਛਾਤੀ ਛੱਲੀ ਕਰ ਦਿੰਦੀ ਸੀ। ਹੁਣ ਸਿੰਘ ਪਹਾੜਾਂ ਤੋਂ ਥੱਲੇ ਸਨ। ਥੱਲੇ ਜਿਹੜੇ ਹੀ ਪਠਾਨ ਸਿੰਘਾਂ ਦੇ ਹੱਥ ਲੱਗੇ, ਸਿੰਘਾਂ ਨੇ ਹੱਥੋਂ ਹੱਥੀ ਝਟਕਾ ਕੇ ਥੱਲੇ ਸੁੱਟ ਦਿੱਤੇ। ਉਧਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਬਾਬਾ ਜੀ ਤਾਂ ਜੰਗ ਲਈ ਨਿਕਲ ਚੁੱਕੇ ਹਨ, ਉਹਨਾਂ ਨੇ ਕਿਹਾ ਕਿ ਬਾਬਾ ਜੀ ਨੇ ਕੰਮ ਤਾਂ ਔਖਾ ਛੇੜ ਲਿਆ ਹੈ, ਪਰ ਜੇ ਹੁਣ ਛੇੜ ਲਿਆ ਹੈ ਤਾਂ ਪਿੱਛੇ ਮੁੜਨਾ ਔਖਾ ਹੈ। ਸੋ ਚਲੋ ਖਾਲਸਾ ਜੀ, ਆਪਾਂ ਵੀ ਹੁਣ ਹੱਲਾ ਬੋਲੀਏ। ਇਸ ਤਰ੍ਹਾਂ ਸਿੰਘਾਂ ਦੀ ਸਾਰੀ ਫੌਜ ਦਰਿਆ ਪਾਰ ਹੋ ਗਈ। ਉਸ ਸਮੇਂ ਇੰਨੀ ਭਿਆਨਕ ਮਾਰ ਮਚੀ ਕਿ ਹਜ਼ਾਰਾਂ ਹੀ ਸਿੰਘ ਸ਼ਹੀਦ ਹੋ ਗਏ। ਇਹ ਇੰਨਾ ਭਿਆਨਕ ਜੰਗ ਸੀ ਕਿ ਇੱਕ ਵਾਰਾਂ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਹੱਥ ਵਿੱਚ ਮਾਲਾ ਫੜ ਲਈ ਤੇ ਜਪਣ ਲੱਗਾ, ਧੰਨ ਗੁਰੂ ਰਾਮਦਾਸ ਰੱਖੀ ਗਰੀਬਾਂ ਦੀ ਲਾਜ, ਹੋਣ ਦੇਵੀ ਨਾ ਕਿਸੇ ਦੇ ਮੁਹਤਾਜ। ਜਦੋਂ ਅੱਗੇ ਸਿੰਘ ਸ਼ਹੀਦ ਹੋਏ ਦਿਸੇ ਤਾਂ ਪਿੱਛੋਂ ਇੱਕ ਸਿੰਘ ਘੋੜਾ ਦੁਹਰਾ ਕੇ ਅੱਗੇ ਆਇਆ। ਉਸਨੇ ਮਹਾਰਾਜੇ ਨੂੰ ਵੇਖਿਆ ਅਤੇ ਆਖਿਆ ਕਿ ਜੇਕਰ ਤੂੰ ਸਿੰਘਾਂ ਦਾ ਮਹਾਰਾਜਾ ਹੈ ਤਾਂ ਜੰਗ ਵਿੱਚ ਆ। ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮਿਆਨੋਂ ਤੇਗ ਖਿੱਚੀ ਅਤੇ ਰਣ ਭੂਮੀ ਵਿੱਚ ਜਾ ਡਟਿਆ। ਭਿਆਨਕ ਜੰਗ ਛਿੜੀ ਹੋਈ ਸੀ ਕਿ ਅਚਾਨਕ ਇੱਕ ਗੋਲੀ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਘੋੜੇ ਨੂੰ ਲੱਗੀ ਤੇ ਉਹ ਸ਼ਹੀਦ ਹੋ ਗਿਆ। ਘੋੜਾ ਸ਼ਹੀਦ ਹੋਣ ਤੋਂ ਬਾਅਦ ਬਾਬਾ ਜੀ ਹਾਥੀ ਤੇ ਚੜ੍ਹ ਕੇ ਸਿੱਖ ਕੌਮ ਦੀ ਕਮਾਨ ਸੰਭਾਲਣ ਲੱਗੇ। ਬਾਬਾ ਅਕਾਲੀ ਫੂਲਾ ਸਿੰਘ ਜੀ ਸਿੰਘਾਂ ਵਿੱਚ ਜੋਸ਼ ਭਰ ਰਹੇ ਸਨ ਕਿ ਸਿੰਘੋ ਤਗੜੇ ਰਹੋ, ਕਲਗੀਆਂ ਵਾਲਾ ਆਪਣੇ ਨਾਲ ਹੈ। ਵੀਰ ਅਸੀਂ ਬਾਣੀ ਸੁਣਾਉਂਦੇ, ਜੈਕਾਰੇ ਲਗਾਉਂਦੇ ਸਿੰਘਾਂ ਵਿੱਚ ਜੋਸ਼ ਭਰ ਰਹੇ ਸਨ ਅਤੇ ਜੰਗ ਹੋਰ ਵੀ ਭਿਆਨਕ ਹੁੰਦਾ ਜਾ ਰਿਹਾ ਸੀ। ਅਚਾਨਕ 2 ਗੋਲੀਆਂ ਆਈਆਂ ਅਤੇ ਬਾਬਾ ਜੀ ਦੇ ਮੱਥੇ ਵਿੱਚ ਆ ਵੱਜੀਆਂ। ਸੂਰਵੀਰਾਂ ਦਾ ਇਹ ਸੁਭਾਅ ਹੁੰਦਾ ਹੈ ਕਿ ਜਦੋਂ ਵੀ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਰਣ ਭੂਮੀ ਵਿੱਚ ਅੰਤਲਾ ਸਮਾਂ ਆ ਗਿਆ ਹੈ ਤਾਂ ਉਹ ਪਿੱਛੇ ਨੂੰ ਨਹੀਂ ਡਿੱਗਦੇ, ਅੱਗੇ ਨੂੰ ਡਿੱਗਦੇ ਹਨ, ਤਾਂ ਜੋ ਦੁਸ਼ਮਣ ਇਹ ਨਾ ਸਮਝੇ ਕਿ ਇਹ ਭੱਜਦਾ ਹੋਇਆ ਮਾਰਿਆ ਗਿਆ। ਸੂਰਮਾ ਕਦੇ ਪਿੱਛੇ ਨਹੀਂ ਮੁੜਦਾ। ਜਬ ਆਬ ਕੀ ਔਦ ਨਿਧਾਨ ਬਣੇ ਅਤ ਹੀ ਰਨ ਮੇ ਤਬ ਜੂਝ ਮਰੋ। ਤਾਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਆਪਣਾ ਦੁਮਾਲੇ ਵਾਲਾ ਸੀਸ ਹਾਥੀ ਦੀ ਗੋਦ ਵਿੱਚ ਅਗਾਂਹ ਨੂੰ ਕਰ ਦਿੱਤਾ ਤਾਂ ਕਿ ਦੁਸ਼ਮਣ ਨੂੰ ਇਹ ਲੱਗੇ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਅਜੇ ਜਿੰਦਾ ਹਨ। ਬਾਬਾ ਜੀ ਦੇ ਦੁਮਾਲੇ ਤੇ ਫੁਰਲਾ ਝੂਲ ਰਿਹਾ ਸੀ ਅਤੇ ਦੁਸ਼ਮਣ ਵੇਖ ਕੇ ਇਹ ਸਮਝ ਰਿਹਾ ਸੀ ਕਿ ਬਾਬਾ ਅਕਾਲੀ ਫੂਲਾ ਸਿੰਘ ਜੀ ਅਜੇ ਜਿੰਦਾ ਹਨ। ਬਾਬਾ ਜੀ ਦਾ ਦੁਸ਼ਮਣ ਦਲਾਂ ਵਿੱਚ ਭਾਰੀ ਡਰ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਤਾ ਲੱਗਾ ਕਿ ਬਾਬਾ ਜੀ ਸ਼ਹੀਦੀ ਪਾ ਗਏ ਹਨ ਤਾਂ ਮਹਾਰਾਜਾ ਨੇ ਬੜਾ ਅਫਸੋਸ ਕੀਤਾ ਅਤੇ ਆਖਣ ਲੱਗੇ ਕਿ ਸਿੰਘੋ, ਬਾਬਾ ਜੀ ਦਾ ਜੋ ਹਾਥੀ ਹੈ ਉਸ ਨੂੰ ਹੁਣ ਪਿੱਛੇ ਨਾ ਮੁੜਨ ਦਿਓ, ਉਸ ਦੇ ਪੈਰਾਂ ਨੂੰ ਸੰਗਲ ਪਾ ਕੇ ਉੱਥੇ ਹੀ ਬੰਨ੍ਹ ਦਿਓ। ਸਿੰਘਾਂ ਵੱਲੋਂ ਇਸੇ ਤਰ੍ਹਾਂ ਹੀ ਕੀਤਾ ਗਿਆ ਅਤੇ ਬਾਬਾ ਜੀ ਦਾ ਸਰੀਰ ਉਸੇ ਤਰ੍ਹਾਂ ਹੀ ਹਾਥੀ ਤੇ ਸੁਸ਼ੋਭਿਤ ਰਿਹਾ। ਜਦੋਂ ਬਾਬਾ ਜੀ ਸ਼ਹੀਦ ਹੋ ਗਏ ਤਾਂ ਆਕਾਸ਼ੀ ਫੌਜਾਂ ਭਾਵ ਸ਼ਹੀਦ ਸਿੰਘਾਂ ਦੀਆਂ ਫੌਜਾਂ ਰਣ ਭੂਮੀ ਵਿੱਚ ਆ ਗਈਆਂ ਤਾਂ ਯੁੱਧ ਵਿੱਚ ਇਹੋ ਜਿਹਾ ਤਹਿਲਕਾ ਮਚਿਆ ਕਿ ਵੱਡੇ ਖਾਨਜ਼ਾਦੇ ਪਿੱਠ ਵਿਖਾ ਕੇ ਭੱਜਦੇ ਨਜ਼ਰੀ ਪਏ। ਇਸ ਤਰ੍ਹਾਂ ਗੁਰੂ ਕੇ ਖਾਲਸੇ ਨੇ ਪਠਾਨਾਂ ਨੂੰ ਇਸ ਯੁੱਧ ਵਿੱਚ ਅੱਗੇ ਲਾ ਲਿਆ ਅਤੇ ਖਾਲਸੇ ਦੀ ਜਿੱਤ ਹੋਈ। ਇਸ ਤੋਂ ਬਾਅਦ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਸਰੀਰ ਬੜੀ ਮਾਣ ਮਰਿਆਦਾ ਨਾਲ ਲਿਆਂਦਾ ਗਿਆ ਅਤੇ ਮਹਾਰਾਜੇ ਵੱਲੋਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।